मतलब 3 ਸਟੇਜਾਂ ਦੇ ਵਿੱਚ ਕਨਵਰਜਨ ਹੋਈ ਹੈ ਇਹਦੀ। ਪਹਿਲਾਂ ਕੁਝ ਬਣਾਇਆ ਗਿਆ ਸੀ ਜਿਹੜਾ ਆਪਾਂ ਦੱਸਣਾ, ਫਿਰ ਇਹਨੂੰ ਰੈਜ਼ੀਡੈਂਸ਼ੀਅਲ ਏਰੀਆ ਬਣਾਇਆ ਗਿਆ ਜਿਹੜਾ ਇਹਦਾ ਦੂਜੀ ਕਨਵਰਜਨ ਆ, ਤੀਜੀ ਫਿਰ ਫਾਈਨਲੀ ਇਹਨੂੰ ਕੀ ਬਣਾਇਆ ਗਿਆ, ਅਰੇਨਾ। ਹੈਲੋ ਗਾਇਜ਼, ਦਿਸ ਇਜ਼ ਗੁਰਜਿੰਦਰ ਅਗੇਨ। ਅੱਜ ਆਪਾਂ ਗੱਲ ਕਰਾਂਗੇ ਜਿਹੜੇ ਬੱਚਿਆਂ ਦਾ ਪੇਪਰ ਨੇੜੇ ਆ ਅਤੇ ਉਹ ਈਜ਼ੀਲੀ 30 ਜਾਂ 30 ਦੇ ਨੇੜੇ ਤੇੜੇ ਨੰਬਰ ਲੈਣਾ ਚਾਹੁੰਦੇ ਆ, ਉਹਨਾਂ ਦੇ ਲਈ ਈਜ਼ੀ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਾਂਗੇ, ਹਾਊ ਟੂ ਗੈਟ ਦੈਟ ਸਕੋਰ ਈਜ਼ੀਲੀ। ਫਾਈਨ। ਸੋ ਉਹਦੇ ਲਈ ਕੀ ਆ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਿੱਖਣਾ ਪਊਗਾ ਕਿ ਕਿਹੜੇ ਕੁਐਸਚਨਸ ਅਟੈਂਪਟ ਕਰਨੇ ਨੇ, ਕਿਹੜੇ ਪਹਿਲਾਂ ਕਰਨੇ ਨੇ, ਕਿਹੜੇ ਬਾਅਦ 'ਚ ਕਰਨੇ ਨੇ। ਸੋ ਟੁਡੇ ਪਹਿਲਾਂ ਆਪਾਂ ਅੱਜ ਆਰਡਰ ਕ੍ਰੀਏਟ ਕਰ ਲੈਂਦੇ ਹਾਂ। ਅੱਜ ਆਪਣੇ ਕੋਲ ਕੁਐਸਚਨ ਟਾਈਪ ਨੇ 14 to 17, which paragraph contains the following information, then one word only, then MCQs ਤੇ 5 ਚੋਂ 2 ਵਾਲੇ ਨੇ। ਸੋ ਇਹ ਥੋੜੇ ਜਿਹੇ ਈਜ਼ੀਅਰ ਹੁੰਦੇ ਨੇ 4 ਦੇ ਮੁਕਾਬਲੇ, ਬਿਕੋਜ਼ ਇਹਨਾਂ ਦੀ ਲੋਕੇਸ਼ਨ ਕੋਈ ਜ਼ਿਆਦਾ ਦੂਰ ਨਹੀਂ ਹੁੰਦੀਆਂ, ਨੇੜੇ ਹੁੰਦੇ ਨੇ। ਓਕੇ, ਸੋ ਹੁਣ ਆਪਾਂ ਜੇ ਆਰਡਰ ਕ੍ਰੀਏਟ ਕਰੀਏ ਤਾਂ ਫਾਈਨ। ਸੋ ਦਿਸ ਇਜ਼ ਆਰ ਪਲਾਨ। ਓਕੇ, ਐਂਡ ਵਿਲ ਸੀ। ਸੋ ਜਿਵੇਂ ਲਾਸਟ ਵਾਲੇ ਜੇ ਤੁਸੀਂ ਮੇਰੇ ਲੈਸਨ ਦੇਖੇ ਹੋਏ ਹੋਣਗੇ ਤਾਂ ਉਹਨਾਂ ਦੇ ਵਿੱਚ ਮੈਂ ਸਪੀਡ ਰੀਡਿੰਗ ਕਰਨ ਦੀ ਕੋਸ਼ਿਸ਼ ਕਰਦਾ। ਸਪੀਡ ਰੀਡਿੰਗ ਦਾ ਮਤਲਬ ਜਿੰਨੀ ਮੈਂ ਜਿਵੇਂ ਐਕਚੁਅਲ 'ਚ ਰੀਡਿੰਗ ਕਰਦਾ ਉਵੇਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ। ਹੁਣ ਜ਼ਿਆਦਾਤਰ ਤੁਸੀਂ ਦੇਖੋਗੇ ਤੁਹਾਨੂੰ ਰੀਡਿੰਗ ਸਿਖਾਈ ਤਾਂ ਜਾਂਦੀ ਹੈ, ਬਟ ਕਿਹਾ ਜਾਂਦਾ ਕਿ ਕੋਈ ਨਹੀਂ, ਇੱਕ ਵਾਰੀ ਸਿੱਖ ਲਓ, ਯੂ ਵਿਲ ਲਰਨ ਟੂ ਸੋਲਵ ਕੁਐਸਚਨਸ ਇਨ ਯੋਰ ਓਨ ਟਾਈਮ, ਹੈ ਨਾ। ਬਟ ਤੁਹਾਡੇ 'ਚ ਬਹੁਤ ਜਾਣੇ ਬਿਗਨਰਸ ਨਹੀਂ ਹੋਣੇ, ਤੁਹਾਡੇ 'ਚ ਬਹੁਤ ਜਾਣੇ ਇਹੋ ਜਿਹੇ ਹੋ ਸਕਦੇ ਨੇ ਜਿਹੜੇ ਕਾਫੀ ਚਿਰ ਤੋਂ ਰੀਡਿੰਗ ਕਰ ਰਹੇ ਆ, ਬਟ ਦੇ ਆਰ ਨਾਟ ਏਬਲ ਟੂ ਫਿਨਿਸ਼ ਇਟ ਔਨ ਟਾਈਮ। ਸੋ ਯੂ ਨੀਡ ਸਮ strategies which can help you to save time. Okay, so without wasting time, let's start. Roman amphitheaters. The Roman stadiums of Europe have proved much very versatile. The amphitheater of Arles, ਹੁਣ ਇਹ ਮੇਰਾ keyword ਹੋ ਸਕਦਾ, was converted first into a something, then into residential area and finally into an arena. ਮਤਲਬ 3 ਸਟੇਜਾਂ ਦੇ ਵਿੱਚ ਕਨਵਰਜਨ ਹੋਈ ਹੈ ਇਹਦੀ। ਪਹਿਲਾਂ ਕੁਝ ਬਣਾਇਆ ਗਿਆ ਸੀ ਜਿਹੜਾ ਆਪਾਂ ਦੱਸਣਾ, ਫਿਰ ਇਹਨੂੰ ਰੈਜ਼ੀਡੈਂਸ਼ੀਅਲ ਏਰੀਆ ਬਣਾਇਆ ਗਿਆ ਜਿਹੜਾ ਇਹਦਾ ਦੂਜੀ ਕਨਵਰਜਨ ਆ, ਤੀਜੀ ਫਿਰ ਫਾਈਨਲੀ ਇਹਨੂੰ ਕੀ ਬਣਾਇਆ ਗਿਆ, ਅਰੇਨਾ। ਓਕੇ, ਅਤੇ ਜਿੱਥੇ ਲੋਕ ਕੁਝ ਦੇਖ ਸਕਦੇ ਸੀ, ਹੁਣ ਇਹਦੇ 'ਚੋਂ ਵੀ ਆਪਣਾ ਆਨਸਰ ਆ ਤੀਜੇ 'ਚੋਂ ਵੀ, ਵੇਅਰ ਸਪੈਕਟੇਟਰਸ ਕੁਡ ਵਾਚ ਸਮਥਿੰਗ। ਸਪੈਕਟੇਟਰਸ ਕੀ ਹੁੰਦੇ ਨੇ, ਆਡੀਅੰਸ। ਸੋ ਸਪੈਕਟੇਟਰਸ, ਆਡੀਅੰਸ। ਵਰਸਟਾਈਲ ਜਿਹਦੇ ਬਹੁਤ ਜ਼ਿਆਦਾ ਯੂਜ਼ ਹੋਣ, ਮੈਨੀ ਯੂਜ਼ਜ਼। ਠੀਕ ਹੈ, ਇਹਦੇ 'ਚੋਂ ਹੋਰ ਕੋਈ ਵਰਡ ਨਹੀਂ ਹੈਗਾ ਮੇਰੇ ਹਿਸਾਬ ਨਾਲ ਆਪਣੇ ਸਮਝਣ ਵਾਲਾ। ਓਕੇ, ਅਤੇ ਹੁਣ ਉੱਥੇ ਸਪੈਕਟੇਟਰ ਕੀ ਦੇਖ ਸਕਦੇ ਸੀ। ਚਲੋ ਆਪਾਂ ਪਹਿਲਾਂ ਇਸੇ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਲਸ ਲੱਭਣਾ, ARLES। ਵਾਜ਼ ਕਨਵਰਟਡ ਫਸਟ ਇਨਟੂ, ਸਭ ਤੋਂ ਪਹਿਲਾਂ ਇਹਦੇ ਕੀ ਬਣਾਇਆ ਗਿਆ ਸੀਗਾ, ਬਿਲਟ ਬਾਏ ਦਾ ਰੋਮਨਸ ਇਨ ਦਿਸ ਏਰੀਆ। ਇਹਨੂੰ ਬਣਾਇਆ ਤਾਂ ਗਿਆ ਸੀ 90 AD 'ਚ। ਇਟ ਬਿਕੇਮ ਅ ਫੋਰਟਰੈਸ ਵਿਦ 4 ਟਾਵਰਸ। ਸੋ ਇਹ ਕੀ ਬਣ ਗਿਆ, ਫੋਰਟਰੈਸ। ਐਂਡ ਵਾਜ਼ ਦੈਨ ਟਰਾਂਸਫਾਰਮਡ ਇਨਟੂ ਅ ਵਿਲੇਜ। ਫਿਰ ਇਹਨੂੰ ਵਿਲੇਜ 'ਚ ਬਣਾ ਦਿੱਤਾ ਗਿਆ। ਇਹ ਆਪਾਂ ਨੂੰ ਦੱਸਿਆ ਹੋਇਆ। ਰੈਜ਼ੀਡੈਂਸ਼ੀਅਲ ਏਰੀਆ ਕੀ ਹੋ ਸਕਦਾ ਗਾ, ਵਿਲੇਜ, ਹੈ ਨਾ। ਅਤੇ ਆਪਣਾ ਆਨਸਰ ਫਿਰ ਉਦੋਂ ਪਹਿਲਾਂ ਇਹ ਕੀ ਸੀਗਾ, ਫੋਰਟਰੈਸ। ਸੋ ਆਈ ਹੈਵ ਮਾਈ ਫਸਟ ਆਨਸਰ, ਫੋਰਟਰੈਸ ਹੀਅਰ। ਓਕੇ, ਨਾਓ ਉਦੋਂ ਬਾਅਦ ਫਿਰ ਇਹਨੂੰ ਅਰੇਨਾ ਬਣਾਇਆ ਗਿਆ ਜਿੱਥੇ ਸਪੈਕਟੇਟਰਸ ਕੁਝ ਦੇਖ ਸਕਦੇ ਸੀ, ਕੁਡ ਵਾਚ ਸਮਥਿੰਗ। What could they watch? So it was converted back into an arena for the staging of bullfights. ਕੀ ਸਟੇਜਿੰਗ ਕੀਤੀ ਜਾਂਦੀ ਸੀ ਇੱਥੇ, bullfights ਦੀ। ਸੋ ਮੇਰਾ ਸੈਕਿੰਡ ਆਨਸਰ ਕੀ ਹੋ ਸਕਦਾ, bullfights। ਹੋਪਫੁਲੀ ਜਿਹੜੇ ਹਿੰਦੀ ਸਮਝਦੇ ਨੇ they can also understand. If you can't understand, you can post your questions in the comment section. I might try to answer them using whatever language it's possible. ਅੱਜ ਦੀ ਵੀਡੀਓ ਮੈਂ ਪੰਜਾਬੀ 'ਚ ਬਣਾਉਣ ਦਾ ਤਾਂ ਸੋਚਿਆ because I have made few videos in Hindi, so I also want to make some content for Punjabi speaking audience. Okay, so for that reason I'm making it in Punjabi, but I feel like those who can understand Hindi, they can also understand Punjabi, and it's vice versa. Those who can speak Punjabi, they should be able to converse in Hindi as well, I believe. Okay, then meanwhile the arena in Verona, one of the oldest Roman amphitheaters,
इज़ फेमस टुडे एज अ वैन्यू वेयर डैश इज़ परफॉर्मड। इस तो बाद वेरोना एरेना का नाम आ गया। सो वेरोना भी ये नीचे ही पिया, जे आप नीचे देखांगे तो अपना क्वेश्चन सीगा वेरोना दे विच ये वन ऑफ द ओल्डेस्ट तो हैगा ही आ, ये फेमस हैगा अज एज अ वैन्यू। ये अज फेमस आ एज अ वैन्यू। वैन्यू की हुंदा गा एक तरह की लोकेशन। सो जिथे कोई म्यूजिक कॉन्सर्ट या स्पोर्ट्स प्रोग्राम होंगे जी लोकेशन हो एरिया हो की कहा जाता वैन्यू। वेयर डैश इज़ परफॉर्मड जिथे कुछ परफॉर्म किया जाता गा। सो इट हैज़ एंड्योर्ड द सेंचुरीज एंड इज़ करंटली कंसिडर्ड, करंटली आ गया टुडे दे लई वन ऑफ द वर्ल्ड्स प्राइम साइट्स फॉर ओपरा। साइट किहदे लिए आ गया वैन्यू दे लई। वैन्यू फॉर वैन्यू किहदा ये ओपरा दा। ओपरा की हुंदा गा एक टाइप ऑफ म्यूजिक हैगा, ठीक है जी। वेयर ओपरा इज़ परफॉर्मड, क्लीयर है। दैन द साइट ऑफ लूकाज एम्फी थिएटर। हुण अपने को फिर एक कीवर्ड आ गया लूका। द साइट ऑफ लूकाज एम्फी थिएटर हैज़ ऑल्सो बीन यूज्ड फॉर मैनी परपज़ ओवर द सेंचुरीज इंकलूडिंग द स्टोरेज ऑफ समथिंग। इनू भी बहुत परपज़ लिए यूज़ किया गया, ये भी वर्सटाइल आ। आही चीज़ वर्सटाइल होंदी आ, यूज्ड फॉर मैनी परपज़ है ना। उपरों ही आप देखा सीगा भी रोमन स्टेडियम्स ऑफ यूरोप हैव प्रूवड वैरी वर्सटाइल। उन्होंने मल्टीपल यूज़ से जिवें आप सारे देख रहे हैं इन्होंने अलग अलग यूज़ दिखाए हुए इन्होंने, ठीक है। सो इनू यूज़ किया गया सी अलग अलग परपज़ लिए ओवर द सेंचुरीज इंकलूडिंग द स्टोरेज ऑफ समथिंग। इनू एक टाइम ते किसी टाइम स्टोर के तौर पर भी वरतते होणगे किसी चीज़ के। काहदा स्टोर देखते हैं आप। सो लूका वाला सी। ओके आए दे यूज़ आ गए वेरीअसली यूज्ड एज हाउसिज, असॉल्ट डिपो एंड अ प्रिजन। हुण हाउस नूं स्टोर के तौर पर वरत सकते ना। सॉल्ट का डिपो हाँ जी स्टोरेज फॉर सॉल्ट हो सकता वाई नॉट, ठीक है। इट इज़ नाउ अ मार्केट स्क्वायर विद हुण ये मार्केट स्क्वायर किहदे नाल है डैश एंड होम्स इनकॉर्पोरेट इनटू द रिमेन्स। होम्स गिवन अपने को एक होर आप लाउणा गा मार्केट स्क्वायर विद बट रैदर दैन रिवर्टिंग टू एन अरेना it became a market square designed by this. Today the ruins of the remain embedded in the various shops and residences surrounding the public square. So residences ਦੇ ਲਈ ਸ਼ਾਇਦ given ਸੀ ਆਪਣੇ ਕੋਲ word homes। ਸੋ ਆਪਾਂ ਕੀ ਲਾ ਸਕਦੇ ਹਾਂਗੇ residences ਦੇ ਲਈ ਆਪਣੇ ਕੋਲ homes given ਆ। Okay guys, moving on to MCQs। पहला आप क्वेश्चन पढ़ लेने। वैन कंपेयरिंग 20th सेंचुरी स्टेडियम्स टू एंशियंट एम्फी थिएटर्स इन सैक्शन डी विच टू नैगेटिव फीचर्स डज द राइटर मैंशन। दो नैगेटिव फीचर दसने आप पॉजिटिव भी दसे हो सकते पर आप सिर्फ किहड़े देखने ने नैगेटिव। फाइन तो पैसेज डी There are many similarities between modern stadiums and the ancient amphitheatres। बहुत similarities ने दोहां दे विच but some of the flexibility was lost at the beginning of the 20th century as stadiums were developed। इत्थों negative शुरू हो गया but तो बाद कुछ flexibility इहदी lost हो गई है as stadiums were developed using new products क्योंकि उन्होंने develop किया गया सी नवे प्रोडक्ट वरत के जिवें कि स्टील ते reinforced कंक्रीट जिवें आपां सीमेंट वगैरह वरतते हैं एंड मेड यूज़ ऑफ ब्राइट लाइट्स फॉर नाइट टाइम मैचेस। तो ब्राइट लाइट्स भी लाइया गई, ठीक है जी। इतने नैगेटिव दसे हुए भी उन्होंने चो पहले नालों बदल गया, फ्लैक्सीबिलिटी लॉस्ट हो गई इन्हों की क्योंकि इन्होंने नवे तरह के प्रोडक्ट लाते स्टील ते आह ते मेड यूज़ ऑफ ब्राइट लाइट्स फॉर नाइट मैचेस। सो इन्हें चो आप मिला के देखते हैं अपना जो कोई लगता। दे आर लैस इमेजिनेटिवली डिजाइंड। इमेजिनेटिव का मतलब की होंगे सोच के भी इन्हों घट इन्हों की सोच हुण घट आ गई, घट सोच के डिज़ाइन किए हुए हैं। तो मैनू तो नहीं लगता भी यह कुछ लिखा। दे आर लैस स्पेशियस की तो गल ही नहीं हुई है ना। दे आर इन लैस कन्वीनियंट लोकेशंस होई नहीं। दे आर लैस वर्सटाइल होई नहीं। दे आर मेड ऑफ लैस ड्यूरेबल मटीरियल की जरूर गल हुई है बट लैस ड्यूरेबल की होंगे गा घट चिर चले मतलब विच इज़ नॉट लॉन्ग लास्टिंग।
ਸੋ ਮੈਨੂੰ ਤਾਂ ਨਹੀਂ ਲੱਗਦਾ ਵੀ ਇੱਥੇ ਲੌਂਗ ਲਾਸਟਿੰਗ ਜਾਂ ਸ਼ਾਰਟ ਪੀਰੀਅਡ ਦੀ ਕੋਈ ਗੱਲ ਹੋਈ ਹੈ। ਸਿਰਫ ਐਂ ਕਿਹਾ ਗਿਆ ਸੀ ਵੀ ਸਟੀਲ ਤੇ ਰੀਇਨਫੋਰਸਡ ਕੰਕਰੀਟ ਲੱਗਿਆ ਹੋਇਆ, ਬਟ ਇਹ ਘੱਟ ਚਿਰ ਚੱਲਦਾ ਜਾਂ ਵੱਧ ਚਿਰ ਚੱਲਦਾ ਤਾਂ ਨਾਟ ਗਿਵਨ ਹੀ ਇੱਕ ਤਰ੍ਹਾਂ ਦਾ। ਅੱਗੇ ਵੀ ਡੀ ਹੈਗਾ ਅਜੇ, ਮੈਨੀ ਸੱਚ ਸਟੇਡੀਅਮਸ ਆਰ ਸਿਚੁਏਟਡ ਇਨ ਸਬਅਰਬਨ ਏਰੀਆਜ਼। ਇੱਥੇ ਹੁਣ ਲੋਕੇਸ਼ਨ ਦੀ ਗੱਲ ਸ਼ਾਇਦ ਸ਼ੁਰੂ ਹੋ ਗਈ ਹੈ ਕਿਉਂਕਿ ਸਿਚੁਏਟਡ ਦੀ ਗੱਲ ਹੈ ਨਾ। ਮੈਨੀ ਸੱਚ ਸਟੇਡੀਅਮਸ ਆਰ ਸਿਚੁਏਟਡ ਇਨ ਸਬਅਰਬਨ ਏਰੀਆਜ਼ ਡਿਜ਼ਾਈਨਡ ਫॉर ਸਪੋਰਟਿੰਗ ਯੂਜ਼ ਓਨਲੀ। ਇਸ ਇਹਨਾਂ ਦਾ ਸਿਰਫ ਡਿਜ਼ਾਈਨ ਕਾਹਦੇ ਲਈ ਕੀਤਾ ਗਿਆ? ਸਪੋਰਟਿੰਗ ਯੂਜ਼ ਓਨਲੀ ਐਂਡ ਸਰਾਊਂਡਡ ਬਾਏ ਪਾਰਕਿੰਗ ਲੋਟਸ। ਤੇ ਇਹਨਾਂ ਦੇ ਆਲੇ ਦੁਆਲੇ ਕੀ ਨੇ? ਪਾਰਕਿੰਗ ਲੋਟ। ਸੋ ਕਹਿਣ ਦਾ ਮਤਲਬ ਇਹ ਸਬਅਰਬਨ ਏਰੀਆ 'ਚ ਨੇ, ਇਹਨਾਂ ਦਾ ਜਿਹੜਾ ਯੂਜ਼ ਆ ਇਕੱਲਾ ਸਪੋਰਟ ਵਾਸਤੇ ਵਰਤਦੇ ਨੇ, ਤੇ ਇਹਨਾਂ ਦੇ ਆਲੇ ਦੁਆਲੇ ਕੀ ਬਣਾਏ ਗਏ ਨੇ? ਪਾਰਕਿੰਗ ਲੋਟ। ਠੀਕ ਹੈ ਜੀ। these factors mean that they may not be as accessible to the general public। ਇਹਦਾ ਮਤਲਬ ਇਹ ਆ ਵੀ ਜਿਹੜੀ ਨਾਰਮਲ ਪਬਲਿਕ ਆ ਉਹਦੇ ਲਈ ਇਹ ਘੱਟ ਐਕਸੈਸਿਬਲ ਨੇ, ਇਹ ਉੱਥੇ ਘੱਟ ਪਹੁੰਚਦੇ ਹੋਣਗੇ। ਰਿਕੁਆਇਰ ਮੋਰ એનર્ਜੀ ਟੂ ਰਨ, ਆ ਵੀ ਨੈਗੇਟਿਵ ਆ ਵੀ ਜ਼ਿਆਦਾ એનર્ਜੀ ਲੱਗਦੀ ਹੈ ਇਹਨਾਂ ਨੂੰ ਰਨ ਕਰਨ ਦੇ ਲਈ, ਤੇ ਅਰਬਨ ਹੀਟ 'ਚ ਕੰਟਰੀਬਿਊਟ ਕਰਦੇ ਆ। ਠੀਕ ਹੈ ਜੀ। ਸੋ ਆਪਾਂ ਪੜ੍ਹਿਆ ਵੀ ਇਹਦੀ ਲੋਕੇਸ਼ਨ ਇਹੋ ਜਿਹੀ ਆ ਵੀ ਉੱਥੇ ਲੋਕ ਘੱਟ ਪਹੁੰਚ ਸਕਦੇ ਆ। ਪਾਰਕਿੰਗ ਲੋਟ ਵਗੈਰਾ ਹੋਣ ਦੇ ਕਰਕੇ ਸਪੋਰਟਿੰਗ ਯੂਜ਼ ਓਨਲੀ ਇਹਨਾਂ ਦਾ। ਓਨਲੀ ਸਪੋਰਟਿੰਗ ਯੂਜ਼ ਓਨਲੀ ਮਤਲਬ ਇੱਕ ਯੂਜ਼ ਹੀ ਆ, ਮਲਟੀਪਲ ਯੂਜ਼ ਨਹੀਂ ਹੈਗੇ ਇਹਨਾਂ ਦੇ, ਹੈ ਨਾ, ਜਿਵੇਂ ਪਹਿਲਾਂ ਵਾਲਿਆਂ ਦੇ ਸੀ। ਦੇ ਆਰ ਲੈਸ ਇਮੈਜੀਨੇਟਿਵਲੀ ਡਿਜ਼ਾਈਨਡ, ਹੋ ਸਕਦਾ 50-50, ਬਟ ਇਹੋ ਜਿਹੀ ਗੱਲ ਕੋਈ ਹੈ ਨਹੀਂ ਕਲੀਅਰਲੀ। ਲੈਸ ਸਪੇਸ਼ੀਅਸ, ਨੋ ਨਾਟ ਐਟ ਆਲ। ਦੇ ਆਰ ਇਨ ਲੈਸ ਕਨਵੀਨੀਅੰਟ ਲੋਕੇਸ਼ਨਸ, ਯੈਸ, ਲੋਕ ਘੱਟ ਪਹੁੰਚ ਸਕਦੇ ਆ। ਦੇ ਆਰ ਲੈਸ ਵਰਸਟਾਈਲ, ਯੈਸ, ਸਿੰਗਲ ਯੂਜ਼ ਹੀ ਆ, ਓਨਲੀ ਲਿਖਿਆ ਸਪੋਰਟ ਓਨਲੀ। ਤੇ ਵਰਸਟਾਈਲ ਆਪਾਂ ਕੀ ਕੀਤਾ ਸੀ, ਕੀ ਹੁੰਦਾ ਗਾ? ਮਲਟੀਪਲ ਯੂਜ਼ਸ। ਸੋ ਉਹਦਾ ਉਲਟ ਹੋ ਗਿਆ। ਫਾਈਨ, ਓਕੇ। ਸੋ ਮੇਰੇ ਕੋਲ ਆਂਸਰ ਆ ਗਏ ਨੇ ਸੀ ਐਂਡ ਡੀ। ਨਾਓ ਵਿਲ ਮੂਵ ਔਨ ਟੂ ਨੈਕਸਟ ਵਨ। Write the correct letters in boxes this and this. Which two advantages of modern stadium design does the writer mention? ਕਿਹੜੀਆਂ ਦੋ ਐਡਵਾਂਟੇजेस ਮਾਡਰਨ ਸਟੇਡੀਅਮ ਦੀਆਂ ਰਾਈਟਰ ਨੇ ਮੈਂਸ਼ਨ ਕਰੀਆਂ ਨੇ? ਹੁਣ ਆਪਾਂ ਨੈਗੇਟਿਵ ਪੜ੍ਹ ਕੇ ਹਟੇ ਹਾਂ ਤਾਂ ਬਟ ਮੈਨੀ ਆਫ ਟੂਡੇਜ਼ ਮੋਸਟ ਇਨੋਵੇਟਿਵ ਆਰਕੀਟੈਕਟਸ see scope for the stadium to help improve the city. Okay, among the current strategies, two seem to be having particular success: the stadium as an urban hub and as a power plant. ਦੋ ਪੋਜ਼ਿਟਿਵ ਦਿਖ ਰਹੇ ਨੇ ਉਹਨਾਂ ਨੂੰ, ਸਟੇਡੀਅਮ ਐਜ਼ ਐਨ ਅਰਬਨ ਹੱਬ ਐਂਡ ਐਜ਼ ਅ ਪਾਵਰ ਪਲਾਂਟ। ਅਰਬਨ ਹੱਬ ਕੀ ਹੁੰਦਾ ਗਾ ਇੱਥੇ ਐਕਸਪਲੇਨ ਕੀਤਾ ਹੋਇਆ, ਜਿਵੇਂ ਜਿਹਦੇ ਵਿੱਚ ਆ ਸਾਰੀਆਂ ਫੈਸਿਲਿਟੀਜ਼ ਹੋਣਗੀਆਂ ਜਿੱਥੇ ਲੋਕ ਜਾ ਸਕਦੇ ਨੇ, ਫੈਮਲੀਜ਼ ਜਾ ਸਕਦੀਆਂ ਨੇ, ਜਿਵੇਂ ਦਿਸ ਓਪਨਸ ਅਪ ਸਪੇਸ ਟੂ ਫੈਮਲੀਜ਼ ਐਂਡ ਅ ਵਾਈਡਰ ਕ੍ਰਾਸ ਸੈਕਸ਼ਨ ਆਫ ਸੋਸਾਇਟੀ ਇੰਸਟੈਡ ਆਫ ਕੇਟਰਿੰਗ ਓਨਲੀ ਟੂ ਸਪੋਰਟਸ ਪੀਪਲ ਐਂਡ ਸਪੋਰਟਰਸ। ਮਤਲਬ ਜਿਹੜੇ ਅੱਜ ਕੱਲ੍ਹ ਦੇ ਨੇ ਉਹ ਸਿਰਫ ਸਪੋਰਟਸ ਪੀਪਲ ਜਾਂ ਸਪੋਰਟਰ ਦੇ ਲਈ ਨਹੀਂ ਹੈਗੇ, ਉੱਥੇ ਹੋਰ ਫੈਮਲੀਜ਼ ਵੀ ਜਾ ਸਕਦੀਆਂ ਨੇ, ਵਾਈਡਰ ਕ੍ਰਾਸ ਸੈਕਸ਼ਨ ਆਫ ਸੋਸਾਇਟੀ। ਠੀਕ ਹੈ ਜੀ। ਆਫਰਿੰਗ ਇੰਪਰੂਵਡ ਇਮਿਊਨਿਟੀਜ਼ ਫॉर ਦ ਇੰਜੋਇਮੈਂਟ ਆਫ ਸਪੋਰਟਸ ਇਵੈਂਟਸ, ਕਹਿੰਦੇ ਸਪੋਰਟਸ ਇਵੈਂਟਸ ਨੂੰ ਇੰਜੋਏ ਕਰਨ ਲਈ ਹੋਰ ਬਿਹਤਰ ਫੈਸਿਲਿਟੀਜ਼ ਨੇ। ਇਮਿਊਨਿਟੀਜ਼ ਕੀ ਹੁੰਦੀਆਂ ਨੇ? ਫੈਸਿਲਿਟੀਜ਼। ਇਹ ਡਿਸਟਰੈਕਟਿੰਗ ਹੋ ਸਕਦਾ ਗਾ ਕਈ ਬੱਚਿਆਂ ਦੇ ਲਈ, ਇਹ ਲਾ ਸਕਦੇ ਨੇ ਉਹਨੂੰ, ਬਟ ਇੱਥੇ ਇੰਜੋਇਮੈਂਟ ਆਫ ਸਪੋਰਟਸ ਇਵੈਂਟਸ ਵਰਗਾ ਕੁਛ ਨਹੀਂ ਸੀ ਲਿਖਿਆ ਉੱਥੇ। ਉੱਥੇ ਲਿਖਿਆ ਸੀ ਵੀ ਫੈਮਲੀਜ਼ ਜਾ ਸਕਦੀਆਂ ਨੇ। ਬ੍ਰਿੰਗਿੰਗ ਕਮਿਊਨਿਟੀ ਲਾਈਫ ਬੈਕ ਇਨ ਟੂ ਦ ਸਿਟੀ ਇਨਵਾਇਰਮੈਂਟ, ਯੈਸ, ਆਪਾਂ 2-3 ਵਾਰੀ ਇਹਨੂੰ ਪੜ੍ਹਿਆ। ਇੱਕ ਤਾਂ ਅਰਬਨ ਹੱਬ ਪੜ੍ਹਿਆ ਸੀ, ਇੱਕ ਨੀਚੇ ਫੈਮਲੀਜ਼ ਬਾਰੇ ਪੜ੍ਹਿਆ ਸੀ। ਸੋ ਜੇ ਦਿਖਾਉਣਾ ਪਿਆ ਸੀ ਅਰਬਨ ਹੱਬ, ਫਿਰ ਨੀਚੇ ਫੈਮਲੀਜ਼ ਵਗੈਰਾ ਵੀ ਜਾ ਸਕਦੀਆਂ ਨੇ। ਉਸ ਤੋਂ ਬਾਅਦ ਫਿਰ ਫੈਸਿਲਿਟੇਟਿੰਗ research into solar and wind energy solutions, enabling local residents to reduce their consumption of electricity, है ही नहीं, providing a suitable site for the installation of renewable power generators, yes, power plant. So मेरे आंसर किहड़े हो जाएंगे? B and E. Okay, now we'll move on to another section. Okay, ਸੋ ਇਹਨਾਂ 'ਚੋਂ ਹੁਣ ਕੁਛ ਤਾਂ ਆਪਾਂ ਨੂੰ ਨਾਲ ਹੀ ਮਿਲ ਜਾਂਦੇ ਹੁੰਦੇ ਆ, ਜਿਵੇਂ ਦੋ ਤਾਂ ਆਪਾਂ ਪੜ੍ਹ ਚੁੱਕੇ ਹਾਂ। ਇੱਕ ਤਾਂ ਪੋਜ਼ੀਟਿਵਸ ਇਹਨਾਂ ਦੇ, ਸਮ ਨਿਊ ਸਟੇਡੀਅਮਸ ਦੇ, ਇੱਕ ਡਿਸਐਡਵਾਂਟੇਜਸ ਬਿਲਟ ਡਿਊਰਿੰਗ ਅ ਸਰਟਨ ਐਰਾ, ਹੈ ਨਾ, ਇਹ ਦੋਨੇ ਆਪਾਂ ਪੜ੍ਹ ਚੁੱਕੇ ਹਾਂ। ਵਾਈਡ ਰੇਂਜ ਆਫ ਫੈਸਿਲਿਟੀਜ਼ ਤਾਂ ਹੁਣੀ ਪੜ੍ਹ ਕੇ ਹਟੇ ਹਾਂ, ਜਿਹੜੀਆਂ ਆ ਇੱਥੋਂ ਪੜ੍ਹੀ ਜਾਂਦੇ ਸੀ ਆਪਾਂ। ਵਾਈਡ ਰੇਂਜ ਆਫ ਫੈਸਿਲਿਟੀਜ਼ ਹੀ ਨੇ ਸਾਰੀਆਂ, ਪੋਜ਼ੀਟਿਵ ਵੀ ਪੜ੍ਹੀ ਜਾਂਦੇ ਸੀ ਆਪਾਂ। ਸੋ ਇਹ ਮੈਂ ਬਿਨਾਂ ਦੇਖੀ ਕੀ ਲਾ ਸਕਦਾ ਗਾ? ਈ। ਫਾਈਨ। ਤੇ ਰੈਫਰੈਂਸ ਟੂ ਦਾ ਡਿਸਐਡਵਾਂਟੇਜ ਆਫ ਦਾ ਸਟੇਡੀਅਮਸ ਬਿਲਟ ਡਿਊਰਿੰਗ ਅ ਸਰਟਨ ਐਰਾ, ਡਿਸਐਡਵਾਂਟੇਜ ਹੋਵੇ ਕੋਈ ਉਹਨਾਂ ਦਾ, ਉਹ ਵੀ ਆਪਾਂ ਉੱਪਰ ਪੜ੍ਹ ਕੇ ਹਟੇ ਹਾਂ। ਠੀਕ ਹੈ ਜੀ। ਸੋ ਡਿਸਐਡਵਾਂਟੇਜ ਹੀ ਨੇ ਆਹ ਸਾਰੇ ਜਿਹੜੇ ਸੀ। ਸੋ ਮੈਂ ਇੱਥੇ ਕੀ ਲਾ ਸਕਦਾ ਗਾ? ਡੀ ਲਾ ਸਕਦਾ। ਇਸ ਤੋਂ ਬਾਅਦ ਰਹਿ ਜਾਂਦੇ ਨੇ ਦੋ, ਫਿਗਰਸ ਡੈਮੋਨਸਟ੍ਰੇਟਿੰਗ ਦਾ ਇਨਵਾਇਰਨਮੈਂਟਲ ਬੈਨੀਫਿਟਸ ਆਫ ਅ ਸਰਟਨ ਸਟੇਡੀਅਮ। ਫਿਗਰਸ ਕੀ ਹੁੰਦੀਆਂ ਨੇ? ਨੰਬਰਸ।
ਕੋਈ ਨੰਬਰ ਜਿਹੜੇ ਇਨਵਾਇਰਨਮੈਂਟਲ ਬੈਨੀਫਿਟਸ ਦਿਖਾਉਂਦੇ ਹੋਣ ਇਹਦੇ, ਹੈ ਨਾ। ਸੋ ਇਹ ਤੋਂ ਅਗਲਾ ਪੈਸੇਜ ਜੇ ਆਪਾਂ ਪੜ੍ਹਦੇ ਹਾਂ ਤਾਂ ਇਹਨੂੰ ਫਿਗਰਸ ਦਿਖ ਜਾਣਗੀਆਂ। This is proof that a stadium can serve its city and have a decidedly positive impact in terms of reduction of CO2 emissions. So CO2 emissions ਘਟਾਉਣ 'ਚ ਇਹ ਕੰਟਰੀਬਿਊਟ ਕਰ ਸਕਦੇ ਆ। ਸਟੈਟਿਸਟਿਕਸ ਆ ਗਏ ਇੱਥੇ ਆਪਣੇ ਕੋਲ, ਫਿਗਰਸ ਵੀ ਆ ਗਏ, ਹੈ ਨਾ। ਸੋ ਇਹ ਪੈਸੇਜ ਸੀਗਾ F। ਫਿਰ ਆ ਗਿਆ a mention of negative attitudes towards stadium building projects। ਇੱਕ ਇਹੋ ਜਿਹਾ ਰੈਫਰੈਂਸ ਦਿੱਤਾ ਹੋਇਆ ਹੋਵੇ ਜਿੱਥੇ ਨੈਗੇਟਿਵ ਐਟੀਟਿਊਡ ਦਿਖਾਏ ਹੋਏ ਹੋਣ ਟੂਵਰਡਸ ਸਟੇਡੀਅਮ ਬਿਲਡਿੰਗ ਪ੍ਰੋਜੈਕਟਸ। ਹੁਣ ਜਿਹੜੇ ਆਪਣੇ ਕੋਲ ਪੈਸੇਜ ਰਹਿ ਗਏ ਆਪਾਂ ਉਹਨਾਂ 'ਚੋਂ ਨਿਗਾਹ ਮਾਰ ਲੈਂਦੇ ਹਾਂ। ਇੱਥੇ ਲਿਖਿਆ ਹੋਇਆ ਸਪੋਰਟਿੰਗ ਅਰੇਨਾਜ਼ ਹੈਵ ਆਲਵੇਜ਼ ਬੀਨ ਸੈਂਟਰਲ ਟੂ ਦ ਲਾਈਫ ਐਂਡ ਕਲਚਰ ਆਫ ਸਿਟੀਜ਼। ਸੋ ਪਹਿਲੀ ਲਾਈਨ ਤੋਂ ਹੀ ਪਤਾ ਲੱਗਦਾ ਵੀ ਇਹ ਸਾਰਾ ਵਿਊ ਕਿਹੜਾ ਗਾ ਪੋਜ਼ੀਟਿਵ, ਪਰ ਆਪਾਂ ਕੀ ਦੇਖਣਾ ਨੈਗੇਟਿਵ ਐਟੀਟਿਊਡ। ਸੋ ਨੈਗੇਟਿਵ ਐਟੀਟਿਊਡ ਇਹ ਸਾਰੇ 'ਚ ਹੈ ਨਹੀਂ, ਸੋ ਇਹ ਮੇਰਾ ਨਹੀਂ ਹੋ ਸਕਦਾ ਜੀ। ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਹੀ EFD। C ਤੇ B ਵੀ ਆਪਾਂ ਪੜ੍ਹੇ ਹੋਏ ਨੇ। ਇੱਥੇ ਸਿਰਫ ਸਟੇਡੀਅਮਾਂ ਦੀਆਂ ਐਗਜ਼ਾਮਪਲਾਂ ਨੇ, ਆਲਸ, ਵਰੋਨਾ, ਲੂਕਾ, ਹੈ ਨਾ। ਸੋ ਇਹ ਵੀ ਨਹੀਂ ਹੋ ਸਕਦਾ। ਫਿਰ ਮੇਰੇ ਕੋਲ A ਰਹਿ ਗਿਆ। ਹੁਣ ਮੈਂ ਸਿਰਫ ਉਹਦੇ 'ਚੋਂ ਦੇਖਣਾ ਵੀ ਹੈਗਾ ਕਿਤੇ ਨੈਗੇਟਿਵ ਐਟੀਟਿਊਡ ਦਿਖਾਇਆ ਹੋਇਆ ਹੈ ਸਟੇਡੀਅਮ ਪ੍ਰਤੀ। ਹਾਂਜੀ ਲੱਭ ਗਿਆ। ਸੋ ਆ ਲਿਖਿਆ ਪਿਆ ਟੂਡੇ ਹਾਊਐਵਰ ਸਟੇਡੀਅਮਸ ਆਰ ਰਿਗਾਰਡਡ ਵਿਦ ਗਰੋਇੰਗ ਸਕੈਪਟਿਸਿਜ਼ਮ। ਸਕੈਪਟਿਸਿਜ਼ਮ ਕੀ ਹੁੰਦਾ ਗਾ? ਸਕੈਪਟਿਸਿਜ਼ਮ ਇਜ਼ ਡਾਊਟ। ਸੋ ਅੱਜ ਕੱਲ੍ਹ ਦੇ ਜਿਹੜੇ ਸਟੇਡੀਅਮ ਉਹਨਾਂ ਨੂੰ ਡਾਊਟ ਦੇ ਨਾਲ ਦੇਖਿਆ ਜਾਂਦਾ। ਕੰਸਟਰਕਸ਼ਨ ਕਾਸਟਸ ਇੰਨੀਆਂ ਵਧ ਗਈਆਂ। ਸੋਰ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਹਾਈ, ਵਧਣਾ, ਇੰਕਰੀਜ਼ ਸਿਗਨੀਫਿਕੈਂਟਲੀ, ਠੀਕ ਹੈ। 1 ਬਿਲੀਅਨ ਤੋਂ ਵੀ ਉੱਪਰ ਚਲੀਆਂ ਜਾਂਦੀਆਂ ਨੇ ਕਾਸਟ। ਸਟੇਡੀਅਮ ਫਿਨਿਸ਼ਡ ਫॉर ਮੇਜਰ ਇਵੈਂਟ ਸੱਚ ਐਜ਼ ਦਿਸ ਹੈਵ ਨੋਟੇਬਲੀ ਫਾਲਨ ਇਨਟੂ ਡਿਸਯੂਜ਼ ਐਂਡ ਡਿਸਰਿਪੇਅਰ। ਵੀ ਪਹਿਲਾਂ ਉਹਨਾਂ ਦੇ ਬਿਲੀਅਨ ਨਾਲ ਰੁਪਈਆ ਲਾ ਦਿੰਦੇ ਨੇ ਅਤੇ ਮੁੜ ਕੇ ਜਦੋਂ ਗੇਮਾਂ ਖਤਮ ਹੋ ਜਾਂਦੀਆਂ ਨੇ ਫਿਰ ਉਹ ਡਿਸਯੂਜ਼ 'ਚ ਆ ਜਾਂਦੇ ਆ, ਡਿਸਰਿਪੇਅਰ ਨਾ ਉਹਨਾਂ ਦੀ ਰਿਪੇਅਰ ਹੁੰਦੀ ਆ ਨਾ ਵਰਤੋਂ ਹੁੰਦੀ ਆ। ਸੋ ਸਾਰਾ ਹੀ ਨੈਗੇਟਿਵ ਐਟੀਟਿਊਡ ਆ ਸਟੇਡੀਅਮਾਂ ਪ੍ਰਤੀ। a mention of negative attitudes towards stadium building projects। ਸੋ ਆਪਣੇ ਆਨਸਰ ਹੋ ਗਏ A, F, E and D। ਓਕੇ, ਸੋ ਹੋਪਫੁਲੀ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਹੋਊਗਾ। ਇਫ ਯੂ ਲਾਈਕ ਇਟ ਪਲੀਜ਼ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ। ਆਈ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ। ਥੈਂਕ ਯੂ, ਬਾਏ।